ਤਸਵੀਰਾਂ ਦੇਖ ਕੇ ਤੁਹਾਨੂੰ ਕੀ ਲੱਗ ਰਿਹਾ ਹੋਵੇਗਾ ਕਿ ਮੈਂ ਕਿਸੇ ਹਸਪਤਾਲ 'ਚ ਖੜਾ। ਦਰਅਸਲ ਕਿਸੇ ਹਸਪਤਾਲ ਦੀ ਤਸਵੀਰਾਂ ਨਹੀਂ, ਜਲੰਧਰ ਦੇ ACP ਵੈਸਟ ਦਾ ਦਫ਼ਤਰ ਹੈ ਕਿ ਆਖਰਕਾਰ ਇਹੋ ਜੀ ਕੀ ਨੌਬਤ ਆ ਗਈ ਕਿ ਇੰਨੀ ਕੀ ਐਮਰਜੈਂਸੀ ਆ ਗਈ ਕਿ ACP ਸਾਹਿਬ ਇਸ ਨੂੰ ਦਫ਼ਤਰ 'ਚ ਸੱਦ ਕੇ ਪਿਛਲੇ 3 ਘੰਟੇ 'ਚੋਂ ਦਫ਼ਤਰ 'ਚ ਨਹੀਂ ਵੜੇ। ਇਹ ਗੱਲ ਨੋਟ ਕਰਨ ਵਾਲੀ ਹੈ ਜੀ। ਇਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਦਾ ਕਾਰਡ ਨਹੀਂ ਚੱਲ ਰਿਹਾ ਤੇ ਕੈਸ਼ ਵੀ ਲਿਆ ਗਿਆ। ਕੈਸ਼ ਵਾਲੀ ਗੱਲ ਰਿਪੀਟ ਕਰੋ ਜੀ, ਕਿੰਨਾ ਕੈਸ਼ ਲਿਆ ਗਿਆ? 15,000 ਇੱਕ 5,000 ਰੁਪਇਆ ਦਵਾਇਆ। ਉਹ ਜੀ 20,000 ਰੁਪਏ ਕੈਸ਼ ਲਿਆ ਗਿਆ ਤੇ ਕਾਰਡ ਲੈ ਕੇ ਕਿਹਾ ਗਿਆ ਕਿ ਕਾਰਡ ਨਹੀਂ ਚੱਲ ਰਿਹਾ। ਅੱਗੋਂ ਦੀ ਗੱਲ ਦੱਸੋ ਜੀ, ਤੁਹਾਨੂੰ ਕਿਵੇਂ ਪਤਾ? ਤੁਸੀਂ ਕਿਹਾ ਕਿ ਕਾਰਡ ਚੱਲ ਰਿਹਾ, ਕਿਵੇਂ ਪਤਾ ਲੱਗਾ ਤੁਹਾਨੂੰ? ਸਰ ਉਹ ਵੀ ਅਸੀਂ 104 ਤੇ ਕਾਲ ਕੀਤੀ, ਉਹ ਵੀ ਤਕਰੀਬਨ 1.5 ਮਹੀਨੇ ਬਾਅਦ ਹੀ ਕਾਲ ਕੀਤੀ ਕਿ ਸਾਡਾ ਕਾਰਡ ਕਿਉਂ ਨਹੀਂ ਚੱਲ ਰਿਹਾ, ਕਿ ਅਸੀਂ ਅੱਗੋਂ ਟ੍ਰੀਟਮੈਂਟ ਹੋਰ ਕਰਵਾਉਣਾ। ਉਹਨਾਂ ਨੇ ਸਾਨੂੰ ਦੱਸਿਆ 104 ਵਾਲਿਆਂ ਨੇ ਕਿ ਤੁਹਾਡਾ ਕਾਰਡ ਤਾਂ ਆਲਰੇਡੀ ਚੱਲ ਰਿਹਾ, ਤੁਹਾਡੇ ਕਾਰਡ ਵਿੱਚ 45,000 ਰੁਪਏ ਗੰਗਾ ਆਟੋ ਵਾਲਿਆਂ ਨੇ ਕੱਟ ਲਏ ਆ। ਕਿੱਦਾਂ ਮਤਲਬ ਤੁਹਾਨੂੰ ਬਿਲਕੁਲ ਨਹੀਂ ਸੀ ਪਤਾ ਤੁਹਾਡਾ ਕਾਰਡ ਚੱਲ ਰਿਹਾ ਤੇ ਤੁਹਾਨੂੰ ਆਯੁਸ਼ਮਾਨ ਵਾਲੀ ਹੈਲਪਲਾਈਨ ਨੇ ਦੱਸਿਆ? ਲੋ ਜੀ, ਇਸ ਸ਼ਖਸ ਦੀ ਗੱਲਾਂ ਦੇ ਉੱਤੇ ਜੇ ਯਕੀਨ ਕਰੀਏ, ਇਹਨਾਂ ਨੂੰ ਆਯੁਸ਼ਮਾਨ ਹੈਲਪਲਾਈਨ ਨੇ ਦੱਸਿਆ ਕਿ ਇਹਨਾਂ ਦਾ ਤਾਂ ਕਾਰਡ ਚੱਲ ਰਿਹਾ, ਜਦ ਕਿ ਜੋ ਇਹਨਾਂ ਦਾ ਇਲਜ਼ਾਮ ਹੈ ਡਾਕਟਰ ਵੱਲੋਂ ਇਹਨਾਂ ਕੋਲੋਂ ਕੈਸ਼ ਵੀ ਲੈ ਲਿਆ ਗਿਆ ਤੇ ਕਾਰਡ ਵੀ ਸਵੈਪ ਕਰ ਲਿਆ ਗਿਆ। ਵਾਹ, ਕੀ ਸਕੀਮ ਹੈ। ਉਸ ਤੋਂ ਬਾਅਦ ਸਰ ਫਿਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ 104 ਤੇ ਕੰਪਲੇਂਟ ਦੇ ਦਿੱਤੀ ਹੋਈ ਹੈ, ਤੇ ਡਾਕਟਰ ਪਿਊਸ਼ ਨੇ ਸਾਨੂੰ ਪੋਲੀਟੀਕਲ ਪ੍ਰੈਸ਼ਰ ਪਵਾਉਣੇ ਸ਼ੁਰੂ ਕਰ ਦਿੱਤੇ। ਕਦੀ ਕਿਸੇ ਦਾ ਫੋਨ, ਕਦੀ ਕਿਸੇ ਦਾ ਫੋਨ, ਤੁਹਾਡਾ ਇਹ ਕਣਕ ਬੰਦ ਕਰਾ ਦੇਣੀ ਸਰਕਾਰੀ, ਤੁਹਾਡੀ ਬਿਜਲੀ ਕਟਵਾ ਦਾਂਗੇ, ਇਹ ਕਰ ਦਾਂਗੇ। ਕਿੱਦਾਂ ਦੇ ਕਿਸ ਲੈਵਲ ਦੇ ਬੰਦੇ ਸੀ ਜੀ ਜਿਹੜੇ ਇਹ ਫੋਨ ਕਰ ਰਹੇ? ਸਰ ਕੋਈ ਵੱਡੇ ਲੈਵਲ ਦੇ ਹੀ ਬੰਦੇ ਸੀ ਜਿਨ੍ਹਾਂ ਤੋਂ ਅਸੀਂ ਨਹੀਂ ਜਾ ਸਕਦੇ। ਲੋ ਜੀ, ਪੋਲੀਟੀਕਲ ਇੰਟਰਫੇਰੈਂਸ। ਦੇਖੋ ਜੀ, ਇੱਕ ਵੱਡਾ ਸਵਾਲ, ਇੱਕ ਬੰਦਾ ਜਿਹਦੀ ਇਹ ਹਾਲਤ ਹੈ, ਉਹ ਇਲਾਜ ਕਰਵਾ ਰਿਹਾ, ਇਲਾਜ ਦੇ ਦੌਰਾਨ ਉਸ ਨੂੰ ਪਤਾ ਚੱਲਦਾ ਕਿ ਉਸ ਕੋਲੋਂ ਮੋਟੇ ਪੈਸੇ ਲੈ ਲਏ ਗਏ ਤੇ ਇੱਕ ਪਾਸੇ ਸਰਕਾਰ ਨੂੰ ਵੀ, ਯਾਨੀ ਕਿ ਦੋ ਰਗੜੇ, ਸਰਕਾਰ ਨੂੰ ਰਗੜਾ ਵੱਖਰਾ, ਮਰੀਜ਼ ਨੂੰ ਰਗੜਾ ਵੱਖਰਾ। ਤੇ ਜੇ ਕਿਤੇ ਇਹਨਾਂ ਦੇ ਇਲਜ਼ਾਮ ਸਹੀ ਹੈ ਤੇ ਇੱਕੋ ਲਾਈਨ 'ਚ ਗੱਲ ਕਵਾਂਗਾ ਜੀ, ਇੱਕ ਤਾਂ ਚੋਰੀ, ਉੱਤੋਂ ਸੀਨਾ ਜ਼ੋਰੀ, ਯਾਨੀ ਕਿ ਪੋਲੀਟੀਕਲ ਇੰਟਰਫੇਰੈਂਸ ਕਰਕੇ ਫੋਨ ਕਰਵਾਏ ਗਏ ਕਿ ਤੇਰਾ ਹੁੱਕਾ ਪਾਣੀ, ਜਿਹੜਾ ਕਿ ਇੱਕ ਲੌਜੀਕਲ ਸ਼ਬਦ ਜਿਹੜਾ ਪੁਰਾਣਾ ਚੱਲਦਾ ਆ ਰਿਹਾ, ਕਿ ਇਹਦਾ ਮਤਲਬ ਹੈ ਕਿ ਤੇਰਾ ਹੁੱਕਾ ਪਾਣੀ ਬੰਦ ਕਰਾ ਦਾਂਗੇ। I'm a जर्नलिस्ट। जी जी, तो मुझे ये बताइए कि आपने फीमरल फ्रैक्चर का तो आपने ऑपरेट किया, ठीक है सर? आपने हॉस्पिटल मिल रहा था, फोन मैंने बात नहीं करनी आपसे। सर नहीं, एक लाइन में बता दीजिए, मैं आता हूँ अस्पताल। आप ये बताइए, टिबिया का ऑपरेशन आपने कैसे कर दिया? आई एम सॉरी सर, मैंने बात नहीं करनी आपसे, आई एम सॉरी। अच्छा, ਚਲੋ ਕੋਈ ਗੱਲ ਨਹੀਂ ਡਾਕਟਰ ਸਾਹਿਬ, ਜੇਕਰ ਤੁਸੀਂ ਗੱਲ ਨਹੀਂ ਕਰਨੀ ਤੇ ਨਾ ਸਹੀ, ਪਰ ਪੱਤਰਕਾਰ ਦਾ ਕੰਮ ਹੁੰਦਾ ਹੈ ਸਵਾਲ ਪੁੱਛਣਾ। ਤੁਹਾਡਾ ਪੱਖ ਲੈਣ ਦੀ ਕੋਸ਼ਿਸ਼ ਹੋਈ ਪਰ ਤੁਸੀਂ ਆਪਣਾ ਪੱਖ ਨਹੀਂ ਦਿੱਤਾ। ਚਲੋ ਖੈਰ, ਹੁਣ ਦੱਸਦੇ ਹਾਂ ਤੁਹਾਨੂੰ ਮਾਮਲਾ ਕੀ ਹੈ। ਇਹ ਇਨਸਾਨ ਇਸ ਹਾਲਤ ਦੇ ਵਿੱਚ ACP ਵੈਸਟ ਦੇ ਦਫ਼ਤਰ ਵਿੱਚ ਕਿਉਂ ਹੈ, ਇਸ ਦੀ ਸੱਚਾਈ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰਕਾਰ ਇਨਸਾਨੀਅਤ ਕਿੱਥੇ ਗਈ। ਦਰਅਸਲ ਇਸ ਸ਼ਖਸ ਦੇ ਉੱਤੇ ਇੱਕ ਡਾਕਟਰ ਵੱਲੋਂ ਇਲਜ਼ਾਮ ਲਾਇਆ ਗਿਆ ਹੈ। ਇਲਜ਼ਾਮ ਹੈ ਕਿ ਇਹ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸ਼ਖਸ ਕੋਲੋਂ ਹੀ ਜਾਣਾਂਗੇ ਕਿ ਆਖਰਕਾਰ ਅਜਿਹਾ ਕਿਉਂ ਕਰ ਰਿਹਾ ਹੈ ਤੇ ਡਾਕਟਰ ਸਾਹਿਬ ਕਿਸ ਗੱਲ ਨੂੰ ਬਲੈਕਮੇਲਿੰਗ ਕਹਿ ਰਹੇ ਨੇ। ਦਰਅਸਲ ਇਸ ਸ਼ਖਸ ਦੀ ਮੰਨੀਏ ਤਾਂ ਇਸ ਦਾ ਐਕਸੀਡੈਂਟ ਹੋਇਆ ਸੀ। ਇਸ ਦਾ ਇਲਜ਼ਾਮ ਹੈ ਕਿ ਇਸ ਦੇ ਕੋਲ ਆਯੁਸ਼ਮਾਨ ਕਾਰਡ ਸੀ। ਡਾਕਟਰ ਸਾਹਿਬ ਨੇ ਕਾਰਡ ਵੀ ਲੈ ਲਿਆ ਤੇ ਪੈਸੇ ਵੀ ਲੈ ਲਏ, ਯਾਨੀ ਕਿ ਕਾਰਡ ਵੀ ਸਵੈਪ ਕਰ ਲਿਆ ਤੇ ਪੈਸੇ ਵੀ ਕੈਸ਼ ਲੈ ਲਏ। ਬਸ ਇਸੇ ਗੱਲ ਨੂੰ ਲੈ ਕੇ ਜਦੋਂ ਜਨਾਬ ਨੇ 104 ਤੇ ਕੰਪਲੇਂਟ ਕਰ ਦਿੱਤੀ ਤੇ ਬਸ ਫਿਰ ਕਿਸੇ ਡਾਕਟਰ ਸਾਹਿਬ ਨੂੰ ਗੁੱਸਾ ਆ ਗਿਆ। ਡਾਕਟਰ ਸਾਹਿਬ ਨੂੰ ਗੁੱਸਾ ਕੀ ਆਇਆ, ਉਹਨਾਂ ਨੇ ਤਾਂ ਇਸ ਸ਼ਖਸ ਦੇ ਖਿਲਾਫ ਦਰਖਾਸਤ ਦੇ ਦਿੱਤੀ। ਦਰਖਾਸਤ 'ਚ ਇਲਜ਼ਾਮ ਲਾਇਆ ਗਿਆ ਕਿ ਇਹ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਕੌਣ ਸੱਚਾ ਹੈ ਕੌਣ ਝੂਠਾ, ਦੈਨਿਕ ਮੇਲ ਪੰਜਾਬੀ TV ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ, ਪਰ ਇਸ ਸ਼ਖਸ ਨੂੰ ਇਸ ਹਾਲਤ ਦੇ ਵਿੱਚ ACP ਸਾਹਿਬ ਨੇ ਕਿਉਂ ਬੁਲਾਇਆ ਤੇ ਕਈ ਘੰਟੇ ਕਿਉਂ ਬਿਠਾਇਆ, ਇਸ ਦਾ ਜਵਾਬ ਤਾਂ ਕਿਸੇ ਨੇ ਨਹੀਂ ਦਿੱਤਾ। ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਕਿਤੇ ਨਾ ਕਿਤੇ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ। ਹਾਲਾਂਕਿ ਦੈਨਿਕ ਮੇਲ ਪੰਜਾਬੀ TV ਡਾਕਟਰ ਸਾਹਿਬ ਦਾ ਪੱਖ ਵੀ ਵਿਖਾਉਣਾ ਚਾਹੁੰਦਾ ਸੀ, ਪਰ ਉਹਨਾਂ ਨੇ ਆਪਣਾ ਪੱਖ ਨਹੀਂ ਦਿੱਤਾ ਤੇ ਜੇ ਉਹ ਆਪਣਾ ਪੱਖ ਦੇਣਾ ਚਾਹਣਗੇ ਉਹ ਵੀ ਪ੍ਰਮੁਖਤਾ ਨਾਲ ਦਿਖਾਵਾਂਗੇ। ਫਿਲਹਾਲ ਤੁਸੀਂ ਦੇਖੋ ਇਹ ਵੀਡੀਓ ਤੇ ਆਪ ਹੀ ਲਾਓ ਅੰਦਾਜ਼ਾ, ਡਾਕਟਰ ਸਹੀ ਸੀ ਜਾਂ ਫਿਰ ਇਹ ਮਰੀਜ਼। ਦੈਨਿਕ ਮੇਲ ਪੰਜਾਬੀ TV ਦੇ ਲਈ ਜਲੰਧਰ ਤੋਂ ਨਿਖਿਲ ਸ਼ਰਮਾ ਦੇ ਨਾਲ ਪ੍ਰਕਾਸ਼ ਦੀ ਰਿਪੋਰਟ। ਸਵੇਰ ਦਾ ਭਾਈ ਮੈਂ ਕਿਹਾ ਤੁਸੀਂ ਜਾਓ, ਸਾਹਮਣੇ ਨਾਲ ਗੱਲ ਕਰਕੇ ਸਾਹਬ ਕਹਿੰਦੇ ਉਹਨਾਂ ਨੂੰ ਭੇਜ ਦਿਓ, ਅਸੀਂ ਸਵੇਰੇ ਨਾਲ ਕਹਿੰਦੇ ਭੇਜ ਦਿਓ, ਅਸੀਂ ਸਵੇਰੇ ਕਹਿੰਦੇ ਜਾਓ ਜੀ ਤੁਹਾਨੂੰ, ਅਸੀਂ ਕਿਹਾ ਤੁਹਾਡੇ ਲੋੜ ਪਏ ਤੁਹਾਡੇ ਕੋਲ ਬਿਆਨ ਲੈ ਲਾਂਗੇ, ਤੁਹਾਨੂੰ ਨਹੀਂ ਪਤਾ ਵੀ ਤੇ ਸੱਟ ਲੱਗੀ ਹੈ।
ਏਸੀਪੀ ਸਾਹਿਬ ਦੇ ਸਟਾਫ ਨੇ ਤਾਂ ਇਹਨਾਂ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੂੰ ਸੱਟ ਲੱਗੀ ਹੋਈ ਹੈ। ਖੈਰ ਇਸ ਸ਼ਖਸ ਨੇ ਕੀ ਦਸਤਾਵੇਜ਼ ਦਿਖਾਏ ਪਹਿਲਾਂ ਉਹ ਦਿਖਾਣੇ ਆ, ਫਿਰ ਸੁਣਾਣੇ ਆ ਇਸ ਦੇ ਨਾਲ ਕੀਤੀ ਹੋਈ ਪੂਰੀ ਗੱਲਬਾਤ। ਆਹ ਦੇਖੋ ਜੀ, 2 ਡਿਸਚਾਰਜ ਸਲਿੱਪਾਂ ਜੀ, ਅਲੱਗ-ਅਲੱਗ ਡਾਇਗਨੋਸ ਦੋਨਾਂ ਦੇ ਵਿੱਚ। ਆਹ ਦੂਸਰੀ ਦੇਖੋ ਜੀ, ਕਦੀ ਦੇਖਿਆ ਜੀ ਕਿਸੇ ਇੱਕੋ ਕੇਸ ਦੀਆਂ? ਕੋਈ ਡੇਟ ਨਹੀਂ ਜੀ, ਕੋਈ ਕੁਝ ਨਹੀਂ ਮੈਂਸ਼ਨ, ਸਿਰਫ ਡਿਸਚਾਰਜ ਸਲਿੱਪਾਂ। ਚਲੋ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਕੀ ਲੱਗ ਰਿਹਾ ਹੋਵੇਗਾ ਕਿ ਮੈਂ ਕਿਸੇ ਹਸਪਤਾਲ 'ਚ ਖੜਾ। ਦਰਅਸਲ ਕਿਸੇ ਹਸਪਤਾਲ ਦੀ ਤਸਵੀਰਾਂ ਨਹੀਂ, ਜਲੰਧਰ ਦੇ ਏਸੀਪੀ ਵੈਸਟ ਦਾ ਦਫ਼ਤਰ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਸ ਟਾਈਮ ਮੈਂ ਖੜਾ ਹਾਂ ਜਲੰਧਰ ਦੇ ਏਸੀਪੀ ਵੈਸਟ ਦੇ ਦਫ਼ਤਰ ਦੇ ਵਿੱਚ, ਤੇ ਇਸ ਬੰਦੇ ਨੂੰ ਜਿਹਨੂੰ ਦਾਖਲ ਇੱਥੇ ਲਿਆਂਦਾ ਗਿਆ, ਜਿਹਨੂੰ ਹਸਪਤਾਲ 'ਚ ਦਾਖਲ ਹੋਣਾ ਚਾਹੀਦਾ ਸੀ, ਉਹ ਇਸ ਵੇਲੇ ਏਸੀਪੀ ਸਾਹਿਬ ਦੇ ਦਫ਼ਤਰ 'ਚ ਹੈ। ਔਰ ਇੱਥੇ ਕਿਉਂ ਆਇਆ? ਕਿਉਂਕਿ ਪੁਲਿਸ ਨੇ ਇਸ ਨੂੰ ਸੱਦਿਆ ਹੈ, ਔਰ ਸੱਦਿਆ ਵੀ ਕਿਉਂ ਆ ਉਹ ਵੀ ਤੁਹਾਨੂੰ ਦੱਸਾਂਗੇ। ਦਰਅਸਲ ਹੈ ਉਹ ਸ਼ਖਸ ਹੈ ਜਿਸ ਦਾ 28 ਨਵੰਬਰ ਨੂੰ ਯਾਨੀ ਕਿ ਕਰੀਬ 10 ਦਿਨ ਪਹਿਲਾਂ ਇੱਕ ਮੇਜਰ ਆਪਰੇਸ਼ਨ ਹੋਇਆ, ਤੇ ਇਸ ਸ਼ਖਸ ਨੂੰ ਡਾਕਟਰਾਂ ਦੀ ਸਲਾਹ ਹੈ ਕਿ ਇਹ ਜ਼ਮੀਨ ਤੇ ਵੀ ਕਦਮ ਹਜੇ ਨਾ ਰੱਖੇ, ਪਰ ਪੁਲਿਸ ਨੇ ਇਸ ਨੂੰ ਸੱਦਿਆ। ਕਿਉਂ ਸੱਦਿਆ ਉਹ ਵੀ ਤੁਹਾਨੂੰ ਦੱਸਾਂਗੇ ਇਸੇ ਸ਼ਖਸ ਦੀ ਜ਼ੁਬਾਨੀ। ਉਸ ਤੋਂ ਬਾਅਦ 'ਚੋਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਆਖਰਕਾਰ ਇਹੋ ਜੀ ਕੀ ਨੌਬਤ ਆ ਗਈ, ਕਿ ਇੰਨੀ ਕੀ ਐਮਰਜੈਂਸੀ ਆ ਗਈ ਕਿ ਏਸੀਪੀ ਸਾਹਿਬ ਇਸ ਨੂੰ ਦਫ਼ਤਰ 'ਚ ਸੱਦ ਕੇ ਪਿਛਲੇ 3 ਘੰਟੇ 'ਚੋਂ ਦਫ਼ਤਰ 'ਚ ਨਹੀਂ ਵੜੇ। ਸੋ ਗੱਲਬਾਤ ਕਰਦੇ ਹਾਂ ਜੀ। ਕੀ ਨਾਮ ਹੈ ਜੀ ਤੁਹਾਡਾ? ਕੁਮਾਰ ਜੀ, ਇੱਥੇ ਕਿਉਂ ਆਏ? ਕਿਉਂਕਿ ਉਹਨਾਂ ਨੇ ਬੁਲਾਇਆ। ਕੀ ਵਜ੍ਹਾ ਸੀ? ਉਹ ਡਾਕਟਰ ਸਾਹਿਬ ਨੇ ਕੰਪਲੇਂਟ ਕੀਤੀ ਕਿ ਉਹਨਾਂ ਕੋਲ ਮਤਲਬ ਪੈਸੇ ਡਾਕਟਰ ਪਿਊਸ਼ ਨੇ ਕੰਪਲੇਂਟ ਕੀਤੀ ਕਿ ਉਹਨਾਂ ਕੋਲ ਪੈਸੇ ਮੰਗਦੇ ਆ। ਲੋ ਜੀ, ਇਸ ਸ਼ਖਸ ਨੂੰ ਸੱਦਿਆ ਗਿਆ ਇੱਥੇ, ਇੱਕ ਕੋਈ ਡਾਕਟਰ ਪਿਊਸ਼ ਹੈ, ਉਹਨਾਂ ਦੀ ਦਰਖਾਸਤ ਦੇ ਉੱਤੇ ਇਹਨਾਂ ਨੂੰ ਸੱਦਿਆ ਗਿਆ। ਪੁੱਛਦੇ ਆ ਕਿ ਇਹਨਾਂ ਨੇ, ਇਹ ਕਹਿੰਦੇ ਨੇ ਕਿ ਇਹਨਾਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਪੈਸੇ ਮੰਗੇ। ਤੁਸੀਂ ਪੈਸੇ ਮੰਗੇ? ਨਹੀਂ ਸਰ, ਤੁਸੀਂ ਕਿਸੇ ਡਾਕਟਰ ਨੂੰ ਬਲੈਕਮੇਲ ਕੀਤਾ ਜੀ? ਨਹੀਂ ਸਰ, ਅਸੀਂ 104 ਤੇ ਕੰਪਲੇਂਟ ਕੀਤੀ ਸੀ। ਬਸ ਪੁੱਛਿਆ ਸੀ ਕਿ ਸਾਡਾ ਕਾਰਡ ਸਰਵਿਸ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਅੰਸ਼ੁਮਨ ਕਾਰਡ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਤੇ ਇਹੀ ਪੁੱਛਿਆ ਸੀ। ਬਿਲਕੁਲ, ਤੁਸੀਂ ਆਪਣੇ ਆਪ 'ਚ ਕਨਫਰਮ ਹੋ ਕਿ 104 ਤੋਂ ਕੰਪਲੇਂਟ ਤੋਂ ਇਲਾਵਾ ਤੁਸੀਂ ਕੁਝ ਇਦਾਂ ਦੀ ਚੀਜ਼ ਨਹੀਂ ਕੀਤੀ? ਨਹੀਂ ਕੀਤੀ ਸਰ। ਲੋ ਜੀ, ਜੇ ਤਾਂ ਇਹ ਸ਼ਖਸ ਦਾ ਦਾਵਾ ਠੀਕ ਹੈ ਤੇ 104 ਤੇ ਕੰਪਲੇਂਟ ਕਰਨਾ ਕਦੋਂ ਤੋਂ ਬਲੈਕਮੇਲਿੰਗ ਦੇ ਦਾਇਰੇ 'ਚ ਆ ਗਿਆ? ਮੇਰੀ ਸਮਝ ਤੋਂ ਇਹ ਗੱਲ ਪਰੇ ਹੈ, ਪਰ ਫਿਲਹਾਲ ਇਹਨਾਂ ਨੂੰ ਪੁੱਛਦੇ ਆ ਕਿ ਆਖਰਕਾਰ ਨੌਬਤ ਕਿਉਂ ਆਈ, ਕਿਉਂ ਕੀਤਾ 104 ਤੇ ਫੋਨ। ਤੁਹਾਨੂੰ ਦੱਸ ਦਿੰਦੇ 104 ਕੀ ਚੀਜ਼ ਹੈ। 104 ਉਹ ਹੈਲਪਲਾਈਨ ਹੈ ਜਿਹੜੀ ਕਿ ਆਯੁਸ਼ਮਾਨ ਸਕੀਮ ਜਿਹੜੀ ਸਰਕਾਰ ਦੀ ਹੈ, ਕਿ ਕਿਸੇ ਗਰੀਬ ਬੰਦੇ ਦੇ ਇਲਾਜ ਵਾਸਤੇ ਕਾਰਡ ਜਾਰੀ ਕੀਤਾ ਜਾਂਦਾ ਆਯੁਸ਼ਮਾਨ ਸਕੀਮ ਦੇ ਤਹਿਤ, ਉਹਦੀ ਹੈਲਪਲਾਈਨ ਹੈ। ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਇਲਾਜ ਦੇ ਵਿੱਚ ਜਾਂ ਉਸ ਕਾਰਡ ਦੇ ਇਸਤੇਮਾਲ ਦੇ ਵਿੱਚ, ਤੁਸੀਂ ਉੱਥੇ ਫੋਨ ਕਰ ਸਕਦੇ ਹੋ। ਪਰ ਅੱਜ ਮੈਨੂੰ ਪਹਿਲੀ ਵਾਰੀ ਪਤਾ ਲੱਗ ਰਿਹਾ ਕਿ ਉਹਦੇ ਉੱਤੇ ਕਾਲ ਕਰਨਾ ਇੱਕ ਜੁਰਮ ਹੈ ਜੀ। 104 ਤੇ ਫੋਨ ਕਿਉਂ ਕੀਤਾ ਜੀ? ਪੂਰਾ ਮਾਮਲਾ ਦੱਸੋ। ਸਰ ਕੰਪਨੀ ਮੇਰਾ ਐਕਸੀਡੈਂਟ ਹੋਇਆ ਸੀ, ਉੱਥੇ ਸਿਵਲ ਹਸਪੀਟਲ 'ਚ ਮੈਨੂੰ ਲੈ ਕੇ ਗਏ। ਉਹਨਾਂ ਨੇ ਮੈਨੂੰ ਰੈਫਰ ਗੰਗਾ ਹਸਪੀਟਲ ਫੁੱਟਬਾਲ ਕੁਆਟਰ ਕੇਅਰ ਐਡਮਿਟ ਕਰਾ ਦਿੱਤਾ। ਰਾਤ ਨੂੰ ਜਦੋਂ ਮੇਰਾ ਆਪਰੇਟ ਹੋਣਾ ਸੀਗਾ, ਮੇਰੇ ਘਰਦਿਆਂ ਨੇ ਕਿਹਾ ਕਿ ਸਾਡੇ ਕੋਲ ਅੰਸ਼ੁਮਨ ਕਾਰਡ ਹੈਗਾ, ਤੁਸੀਂ ਉਸ ਬੰਦੇ ਦਾ ਇਲਾਜ ਕਰ ਦਿਓ। ਤੇ ਕਹਿੰਦੇ ਸਾਡੇ ਕੋਲ ਲੜਕਾ ਅਵੇਲੇਬਲ ਨਹੀਂ ਹੈਗਾ, ਤੁਸੀਂ ਸਵੇਰੇ ਸਾਨੂੰ ਕਾਰਡ ਦੇ ਦਿਓ, ਤੁਸੀਂ ਹੁਣ ਇਸ ਟਾਈਮ 15,000 ਰੁਪਏ ਜਮ੍ਹਾਂ ਕਰਾ ਦਿਓ। ਮੇਰੇ ਬ੍ਰਦਰ ਨੇ ਪਤਾ ਨਹੀਂ ਕਿੱਥੋਂ ਫੜ ਤੱਕ 15,000 ਰੁਪਏ ਨੂੰ ਜਮ੍ਹਾਂ ਕਰਾ ਦਿੱਤੇ, ਤੇ ਮਾਰਨਿੰਗ ਟਾਈਮ ਲਈ ਅਵੇਟ ਕਰਨ ਲੱਗ ਪਏ ਕਿ ਤੁਸੀਂ ਮਾਰਨਿੰਗ ਟਾਈਮ ਵਿੱਚ ਕਾਰਡ ਦੇਵਾਂਗੇ, ਸਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਊਗੇ। ਬਟ ਜਦੋਂ ਮਾਰਨਿੰਗ ਟਾਈਮ ਅਸੀਂ ਉਹਨਾਂ ਨੂੰ ਦੁਬਾਰਾ ਕਾਰਡ ਦਿੱਤਾ, ਇਹਨਾਂ ਨੇ ਕਿਹਾ ਕਿ 2-3 ਘੰਟੇ ਆਪਣੇ ਕੋਲ ਕਾਰਡ ਰੱਖ ਕੇ ਕਿਹਾ ਕਿ ਤੁਹਾਡਾ ਕਾਰਡ ਨਹੀਂ ਚੱਲ ਰਿਹਾ, ਜਦ ਕਿ ਮੇਰਾ ਕਾਰਡ ਚੱਲ ਰਿਹਾ ਸੀ। ਮੈਨੂੰ ਇਹ ਬਾਅਦ ਚ ਇਹ ਗੱਲ ਨੋਟ ਕਰਨ ਵਾਲੀ ਹੈ ਜੀ। ਇਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਦਾ ਕਾਰਡ ਨਹੀਂ ਚੱਲ ਰਿਹਾ ਤੇ ਕੈਸ਼ ਵੀ ਲਿਆ ਗਿਆ। ਕੈਸ਼ ਵਾਲੀ ਗੱਲ ਰਿਪੀਟ ਕਰੋ ਜੀ, ਕਿੰਨਾ ਕੈਸ਼ ਲਿਆ ਗਿਆ? 15,000 ਇੱਕ 5,000 ਦੀਆਂ ਦਵਾਈਆਂ। ਲੋ ਜੀ, 20,000 ਰੁਪਏ ਕੈਸ਼ ਲਿਆ ਗਿਆ ਤੇ ਕਾਰਡ ਲੈ ਕੇ ਕਿਹਾ ਗਿਆ ਕਿ ਕਾਰਡ ਨਹੀਂ ਚੱਲ ਰਿਹਾ। ਅੱਗੋਂ ਦੀ ਗੱਲ ਦੱਸੋ ਜੀ, ਤੁਹਾਨੂੰ ਕਿਵੇਂ ਪਤਾ? ਤੁਸੀਂ ਕਿਹਾ ਕਿ ਕਾਰਡ ਚੱਲ ਰਿਹਾ, ਕਿਵੇਂ ਪਤਾ ਲੱਗਾ ਤੁਹਾਨੂੰ? ਸਰ ਉਹ ਵੀ ਅਸੀਂ 104 ਤੇ ਕਾਲ ਕੀਤੀ, ਉਹ ਤਕਰੀਬਨ 1.5 ਮਹੀਨੇ ਬਾਅਦ ਹੀ ਕਾਲ ਕੀਤੀ ਕਿ ਸਾਡਾ ਕਾਰਡ ਕਿਉਂ ਨਹੀਂ ਚੱਲ ਰਿਹਾ ਤੇ ਅਸੀਂ ਅੱਗੇ ਟ੍ਰੀਟਮੈਂਟ ਹੋਰ ਕਰਵਾਉਣਾ। ਉਹਨਾਂ ਨੇ ਸਾਨੂੰ ਦੱਸਿਆ ਕਿ ਜਾਣ ਵਾਲਿਆਂ ਨੇ ਕਿ ਤੁਹਾਡਾ ਕਾਰਡ ਤਾਂ ਆਲਰੇਡੀ ਚੱਲ ਰਿਹਾ, ਤੁਹਾਡੇ ਕਾਰਡ ਵਿੱਚ 45,000 ਰੁਪਏ ਗੰਗਾ ਆਟੋ ਵਾਲਿਆਂ ਨੇ ਕੱਟ ਲਏ ਆ। ਕਿੱਦਾਂ ਮਤਲਬ ਤੁਹਾਨੂੰ ਬਿਲਕੁਲ ਨਹੀਂ ਸੀ ਪਤਾ ਤੁਹਾਡਾ ਕਾਰਡ ਚੱਲ ਰਿਹਾ ਤੇ ਤੁਹਾਨੂੰ ਆਯੁਸ਼ਮਾਨ ਵਾਲੀ ਹੈਲਪਲਾਈਨ ਨੇ ਦੱਸਿਆ? ਲੋ ਜੀ, ਇਸ ਸ਼ਖਸ ਦੀ ਗੱਲਾਂ ਦੇ ਉੱਤੇ ਜੇ ਯਕੀਨ ਕਰੀਏ, ਇਹਨਾਂ ਨੂੰ ਆਯੁਸ਼ਮਾਨ ਹੈਲਪਲਾਈਨ ਨੇ ਦੱਸਿਆ ਕਿ ਇਹਨਾਂ ਦਾ ਤਾਂ ਕਾਰਡ ਚੱਲ ਰਿਹਾ, ਜਦ ਕਿ ਜੋ ਇਹਨਾਂ ਦਾ ਇਲਜ਼ਾਮ ਹੈ ਡਾਕਟਰ ਵੱਲੋਂ ਇਹਨਾਂ ਕੋਲੋਂ ਕੈਸ਼ ਵੀ ਲੈ ਲਿਆ ਗਿਆ ਤੇ ਕਾਰਡ ਵੀ ਸਵੈਪ ਕਰ ਲਿਆ ਗਿਆ। ਵਾਹ, ਕੀ ਸਕੀਮ ਹੈ। ਉਸ ਤੋਂ ਬਾਅਦ ਸਰ ਫਿਰ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ 104 ਤੇ ਕੰਪਲੇਂਟ ਦੇ ਦਿੱਤੀ ਹੋਈ ਹੈ, ਫਿਰ ਡਾਕਟਰ ਪਿਊਸ਼ ਨੇ ਸਾਨੂੰ ਪੋਲੀਟੀਕਲ ਪ੍ਰੈਸ਼ਰ ਪਵਾਉਣੇ ਸ਼ੁਰੂ ਕਰ ਦਿੱਤੇ। ਕਦੀ ਕਿਸੇ ਦਾ ਫੋਨ, ਕਦੀ ਕਿਸੇ ਦਾ ਫੋਨ, ਤੁਹਾਡਾ ਇਹ ਕਣਕ ਬੰਦ ਕਰਾ ਦੇਣੀ ਸਰਕਾਰੀ, ਤੁਹਾਨੂੰ ਤੁਹਾਡੀ ਬਿਜਲੀ ਕਟਵਾ ਦਾਂਗੇ, ਜੇ ਕਰ ਦਾਂਗੇ। ਕਿੱਦਾਂ ਦੇ, ਕਿਸ ਲੈਵਲ ਦੇ ਬੰਦੇ ਸੀ ਜੀ ਜਿਹੜੇ ਇਹ ਫੋਨ ਕਰ ਰਹੇ? ਸਰ ਕੋਈ ਵੱਡੇ ਲੈਵਲ ਦੇ ਹੀ ਬੰਦੇ ਹੀ ਮੰਤਰੀ ਸੀ ਕਿ ਜਿਨ੍ਹਾਂ ਤੋਂ ਅਸੀਂ ਨਹੀਂ ਜਾ ਸਕਦੇ। ਲੋ ਜੀ, ਪੋਲੀਟੀਕਲ ਇੰਟਰਫੇਰੈਂਸ। ਦੇਖੋ ਜੀ, ਇੱਕ ਵੱਡਾ ਸਵਾਲ, ਇੱਕ ਬੰਦਾ ਜਿਹਦੀ ਇਹ ਹਾਲਤ ਹੈ, ਉਹ ਇਲਾਜ ਕਰਵਾ ਰਿਹਾ, ਇਲਾਜ ਦੇ ਦੌਰਾਨ ਉਸ ਨੂੰ ਪਤਾ ਚੱਲਦਾ ਕਿ ਉਸ ਕੋਲੋਂ ਮੋਟੇ ਪੈਸੇ ਲੈ ਲਏ ਗਏ, ਤੇ ਇੱਕ ਪਾਸੇ ਸਰਕਾਰ ਨੂੰ ਵੀ ਯਾਨੀ ਕਿ ਦੋ ਰਗੜੇ, ਸਰਕਾਰ ਨੂੰ ਰਗੜਾ ਵੱਖਰਾ, ਮਰੀਜ਼ ਨੂੰ ਰਗੜਾ ਵੱਖਰਾ। ਤੇ ਜੇ ਕਿਤੇ ਇਹਨਾਂ ਦੇ ਇਲਜ਼ਾਮ ਸਹੀ ਹੈ ਤੇ ਇੱਕੋ ਲਾਈਨ 'ਚ ਗੱਲ ਕਵਾਂਗਾ ਜੀ, ਇੱਕ ਤਾਂ ਚੋਰੀ, ਉੱਤੋਂ ਸੀਨਾ ਜ਼ੋਰੀ, ਯਾਨੀ ਕਿ ਪੋਲੀਟੀਕਲ ਇੰਟਰਫੇਰੈਂਸ ਕਰਕੇ ਫੋਨ ਕਰਵਾਏ ਗਏ ਕਿ ਤੇਰਾ
ਹੁੱਕਾ ਪਾਣੀ ਜਿਹੜਾ ਕਿ ਇੱਕ ਲੌਜੀਕਲ ਸ਼ਬਦ ਜਿਹੜਾ ਪੁਰਾਣਾ ਚੱਲਦਾ ਆ ਰਿਹਾ ਕਿ ਇਹਦਾ ਮਤਲਬ ਹੈ ਕਿ ਤੇਰਾ ਹੁੱਕਾ ਪਾਣੀ ਬੰਦ ਕਰਾ ਦਾਂਗੇ। ਈਵਨ ਕਿ BPL ਸਕੀਮ ਤੇ ਵੀ ਤੁਹਾਡਾ ਕਾਰਡ ਬਣਿਆ ਜੀ ਨੀਲਾ। ਅਜਲੀ ਦਾ ਕੱਢ ਲੋ ਜੀ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਡਾ ਨੀਲਾ ਕਾਰਡ ਜਿਹੜਾ ਵਾ ਬੰਦ ਕਰਾ ਦਿੱਤਾ ਜਾਏਗਾ ਜੀ। ਉਸ ਤੋਂ ਬਾਅਦ ਉਸ ਤੋਂ ਬਾਅਦ ਸਰ ਫਿਰ ਅਸੀਂ ਡਰ ਦੇ ਮਾਰਿਆਂ ਨੇ ਕੰਪਰੋਮਾਈਜ਼ ਕਰਨ ਦੀ ਕੀਤੀ ਕਿ ਜਿਸ ਨਾਲ ਕਿ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਆ ਗਿਆ। ਮੇਰੀ ਹਾਰਟ ਬੀਟ ਸਲੋ ਹੋ ਗਈ। ਐਮਰਜੈਂਸੀ ਫਿਰ ਮੈਨੂੰ ਰਤਨ ਹਸਪੀਟਲ 'ਚ ਐਡਮਿਟ ਕਰਾਇਆ ਗਿਆ। ਉੱਥੇ ਮੇਰਾ 1 ਰੁਪਈਆ ਨਹੀਂ ਲੱਗਾ, ਸਾਰਾ ਇਲਾਜ ਮੇਰਾ ਕਾਰਡ 'ਤੇ ਹੋਇਆ। ਤੇ ਉਹ ਡਾਕਟਰ ਨੇ ਕਿਹਾ ਕਿ ਦੁਬਾਰਾ ਡਿਪਰੈਸ਼ਨ 'ਚ ਕਦੀ ਨਾ ਆਵੇ, ਜੇ ਡਿਪਰੈਸ਼ਨ 'ਚ ਦੁਬਾਰਾ ਆ ਗਿਆ ਤੈਨੂੰ ਸਾਂਭਣਾ ਔਖਾ ਹੋ ਜਾਣਾ। ਤੇ ਅਸੀਂ ਕੰਪਰੋਮਾਈਜ਼ ਕੀਤਾ ਗੰਗਾ ਵਾਲੇ ਨਾਲ ਕਿ ਉਹਨਾਂ ਨੇ ਕਿਹਾ ਕਿ ਤੇਰਾ ਹੀ ਇਲਾਜ ਬਿਲਕੁਲ ਫ੍ਰੀ ਕਰਾਂਗੇ, ਜੋ ਵੀ ਹੋਏਗਾ ਖਰਚਾ ਸਾਰਾ ਤੇਰਾ ਕਰ ਦਾਂਗੇ ਕਿ ਤੂੰ ਦੁਬਾਰਾ ਆਪਣੀ ਕੰਪਲੇਂਟ ਵਾਪਸ ਲੈ ਲੈ। ਫਿਰ ਮੇਰੇ ਘਰਦਿਆਂ ਨੇ ਕੰਪਲੇਂਟ ਵਾਪਸ ਲੈ ਲਈ। ਕੰਪਲੇਂਟ ਵਾਪਸ ਲੈਣ ਤੋਂ ਬਾਅਦ ਘੱਟੋ ਘੱਟ 1-1.5 ਮਹੀਨਾ ਲਗਾਤਾਰ ਅਸੀਂ ਇਹਨਾਂ ਨੂੰ ਫੋਨ ਕਰਦੇ ਰਹੇ ਕਿ ਸਰ ਮੇਰਾ ਵੀ ਇਲਾਜ ਕਰ ਦਿਓ, ਮੇਰਾ ਇਲਾਜ ਕਰ ਦਿਓ। ਡਾਕਟਰ ਮਨੀਸ਼ ਹੈਗਾ ਵਾ ਪਿਊਸ਼ ਦਾ ਜੂਨੀਅਰ ਹੈ ਉਹਨਾਂ ਦਾ, ਉਹ ਮੈਨੂੰ ਕਹਿੰਦੇ ਨੇ 1 ਦਿਨ ਰੁਕ ਜਾ, 2 ਦਿਨ ਰੁਕ ਜਾ, 1 ਦਿਨ ਰੁਕ ਜਾ, 2 ਦਿਨ ਰੁਕ ਜਾ, ਇਹੀ ਗੱਲਾਂ ਬਸ ਮੇਰੇ ਨਾਲ ਕਰਦੇ ਨੇ, ਮੇਰਾ ਇਲਾਜ ਨਹੀਂ। ਯਾਨੀ ਕਿ ਕੰਪਰੋਮਾਈਜ਼ ਕਰਕੇ ਵੀ ਤੁਹਾਡਾ ਇਲਾਜ ਨਹੀਂ ਕੀਤਾ। ਫਿਰ ਮੇਰੇ ਘਰਦਿਆਂ ਨੇ ਥੋੜੇ ਬਹੁਤੇ ਪੈਸੇ ਇਕੱਠੇ ਕੀਤੇ। ਡਾਕਟਰ ਲਲਿਤ ਜੀ ਨੇ ਮੇਰੀ ਥੋੜੀ ਪੈਸਿਆਂ ਦੀ ਹੈਲਪ ਕੀਤੀ। ਡਾਕਟਰ ਲਲਿਤ ਨੇ ਤੁਹਾਡੇ ਕੋਲ ਪੈਸੇ ਲਿੱਤੇ ਕਿ ਦਿੱਤੇ, ਕਲੀਅਰ ਕਰੋਗਾ। ਉਹਨਾਂ ਨੇ ਮੈਨੂੰ ਪੈਸੇ ਸਭ ਕੁਝ ਦਿੱਤੇ ਆ। ਡਾਕਟਰ ਗੋਇਲ ਨੇ ਵੀ ਮੈਨੂੰ ਪੈਸੇ ਦਿੱਤੇ ਕਿ ਮੇਰਾ ਫ੍ਰੀ ਟ੍ਰੀਟਮੈਂਟ ਹੋ ਸਕੇ। ਮੇਰਾ ਘੱਟ ਤੋਂ ਘੱਟ ਖਰਚਾ ਜਿਹੜਾ ਮੇਰਾ ਇਲਾਜ 1.5 ਲੱਖ ਰੁਪਏ ਦਾ ਸੀ, ਉਹ ਮੇਰਾ ਇਲਾਜ ਇਹਨਾਂ ਨੇ ਕੀਤਾ। ਡਾਕਟਰ ਸਾਹਿਬ ਨੇ ਆਪਣੀ ਕੋਈ ਫੀਸ ਨਹੀਂ ਲਈ, ਕੋਈ ਹੋਰ ਕੋਈ ਪੈਸਾ ਨਹੀਂ ਦਿੱਤਾ। ਉਦੋਂ ਡਾਕਟਰ ਲਲਿਤ ਨੇ ਮੈਨੂੰ 25,000 ਦੀ ਮਦਦ ਕੀਤੀ। ਤੇ ਅੱਗੋਂ ਇਹ ਵੀ ਅਸੀਂ ਮਾਸਟਰ ਕਰਵਾਇਆ ਕਿ ਤੇਰੀ ਵਾਈਫ ਦਾ ਵੀ ਆਪਰੇਟ ਹੈਗਾ ਵਾ ਤੇ ਤੇਰੀ ਵਾਈਫ ਦੇ ਟਾਈਮ ਤੇ ਵੀ ਤੈਨੂੰ ਹੋਰ ਪੈਸੇ ਦੇਵਾਂਗੇ, ਤੂੰ ਟੈਨਸ਼ਨ ਨਾ ਲੈ, ਤੇਰੀ ਹੈਲਪ ਵੀ ਹੋਰ ਜ਼ਿਆਦਾ ਲੋ ਜੀ ਇੱਕ ਗੱਲ ਹੋਰ ਦੱਸ ਦਈਏ ਕਿ ਜਿਸ ਸ਼ਖਸ ਨੂੰ ਅੱਜ ACP ਵੈਸਟ ਦੇ ਦਫ਼ਤਰ 'ਚ ਬੁਲਾਇਆ ਗਿਆ, ਉਸ ਦੀ ਪਤਨੀ 8 ਮਹੀਨੇ ਦੀ ਗਰਭਵਤੀ ਹੈ ਤੇ ਇਸ ਸ਼ਖਸ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਏਗਾ। ਇੱਕ ਪਾਸੋਂ ਪਤਨੀ 8 ਮਹੀਨੇ ਦੀ ਗਰਭਵਤੀ ਹੈ, ਦੂਸਰੇ ਪਾਸੇ ਬੰਦਾ ਬਿਸਤਰੇ ਤੇ ਪਿਆ ਜਿਹਨੂੰ ਤੁਰਨ ਦੀ ਇਜਾਜ਼ਤ ਨਹੀਂ ਡਾਕਟਰਾਂ ਵੱਲੋਂ। ਉਸ ਨੂੰ ਮਜਬੂਰ ਕੀਤਾ ਗਿਆ ਕਿ ਉਹ ਅੱਜ ACP ਵੈਸਟ ਦੇ ਦਫ਼ਤਰ 'ਚ ਪਹੁੰਚਿਆ ਤੇ ਇਹਦੇ ਪਿੱਛੇ ਪਹੁੰਚਣ ਦੀ ਵਜ੍ਹਾ ਹੈ ਕਿ ਬਲੈਕਮੇਲਿੰਗ। ਮੈਂ ਫਿਰ ਉਸ ਗੱਲ ਤੇ ਆਵਾਂਗਾ ਜੀ, 104 ਤੇ ਫੋਨ ਕਰਨਾ ਬਲੈਕਮੇਲਿੰਗ ਹੈ। ਤੁਹਾਡੇ ਤੇ ਕੀ ਇਲਜ਼ਾਮ ਹੈ ਜੀ ਡਾਕਟਰ? ਕਹਿੰਦੇ ਕਿ 104 ਤੇ ਜੇ ਕਾਲ ਕਰਕੇ ਕੀਤੀ ਜਿਹੜੀ ਤੁਸੀਂ ਸਾਡੇ ਕੋਲ ਕੋਈ ਸਟਿੰਗ ਆਪਰੇਸ਼ਨ ਕੀਤਾ ਕਿ ਉਹਦੇ ਤੇ ਤੁਸੀਂ ਮੈਨੂੰ ਬਲੈਕਮੇਲ ਕਰਦੇ, ਤੁਸੀਂ ਮੇਰੇ ਕੋਲ ਪੈਸਾ ਮੰਗ, ਜਦ ਕਿ ਅਜੇ ਤੱਕ ਅਸੀਂ ਇਹਦੇ ਕੋਲ ਡਾਕਟਰ ਕੋਲ ਰੁਪਈਆ ਵੀ ਨਹੀਂ ਮੰਗਿਆ। ਲੋ ਜੀ ਇੱਕ ਪਾਸੋਂ ਸਿਹਤ ਮਹਿਕਮਾ ਪੈਸੇ ਦੇ ਕੇ ਸਟਿੰਗ ਆਪਰੇਸ਼ਨ ਕਰਵਾਉਂਦਾ ਹੈ। ਜੇਕਰ ਇਹਨਾਂ ਨੇ ਸਟਿੰਗ ਕੀਤਾ ਵੀ ਹੋਇਆ, ਅਜੇ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ, ਜੇ ਕਿਤੇ ਇਹਨਾਂ ਨੇ ਸਟਿੰਗ ਕੀਤਾ, ਇੱਕ ਪਾਸੋਂ ਤਾਂ ਸਿਹਤ ਮਹਿਕਮਾ ਪੈਸੇ ਦੇ ਕੇ ਸਟਿੰਗ ਆਪਰੇਸ਼ਨ ਕਰਵਾਉਂਦਾ ਵਾ, PNDT ਐਕਟ ਤੇ ਪਰਚੇ ਦਰਜ ਕਰਵਾਉਂਦਾ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਇਸ ਸ਼ਖਸ ਨੇ ਮੰਨ ਲਓ ਸਟਿੰਗ ਕਰ ਵੀ ਲਿਆ ਤੇ 104 ਤੇ ਫੋਨ ਕਰਤਾ, ਉਹ ਕਿਸੇ ਗੁਨਾਹ ਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ। ਤੇ ਦੂਸਰੀ ਗੱਲ ਪੁੱਛਣਾ ਚਾਹਾਂਗੇ ਕਿ ਡਾਕਟਰ ਦਾ ਵਤੀਰਾ ਕੀ ਸੀ? ਡਾਕਟਰ ਨੇ ਟ੍ਰੀਟਮੈਂਟ ਕੰਪਲੀਟ ਕੀਤਾ ਕਿ ਨਹੀਂ ਕੀਤਾ? ਡਾਕਟਰ ਨੇ ਟ੍ਰੀਟਮੈਂਟ ਨਹੀਂ ਕੰਪਲੀਟ ਕੀਤਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ 104 ਤੇ ਕਾਲ ਕਰ ਦਿੱਤੀ ਹੈ, ਉਹਨਾਂ ਨੇ ਮੇਰੇ ਮਦਰ ਨੂੰ ਨਾ ਕਿਹਾ ਕਿ ਜਾ ਆਪਣੇ ਮੁੰਡੇ ਨੂੰ ਲੈ ਕੇ ਚੱਲ ਜਾ, ਤੇਰੇ ਮੁੰਡੇ ਦਾ ਇੱਥੇ ਇਲਾਜ ਨਹੀਂ ਹੋਣਾ, ਜਿੱਥੋਂ ਮਰਜ਼ੀ ਇਲਾਜ ਕਰਾ ਲਾ। ਮੇਰੇ ਮੰਮੀ ਡਰ ਸਹਿਮ ਕੇ ਉਹ ਬੋਲੇ ਨਹੀਂ ਕਿ ਉਹ ਘਬਰਾ ਜਾਂਦੇ, ਉਹਨਾਂ ਦਾ BP ਲੋ ਹੋ ਗਿਆ। ਉਹ ਕਹਿੰਦੇ ਬੇਟਾ ਤੂੰ ਅਸੀਂ ਇੱਥੇ ਜਾਈਏ ਹੁਣ। ਉਹ ਬਾਹਰ ਬੈਠ ਕੇ ਰੋਣ ਲੱਗ ਪਏ। ਫਿਰ ਅਸੀਂ ਉਦੋਂ ਮਜਬੂਰਨ ਉਹਨਾਂ ਨੂੰ ਘਰ ਆਉਣਾ। ਦੇਖੋ ਜੀ ਇੱਕ ਵੱਡਾ ਸਵਾਲ ਹੈ ਕਿ ਇੱਕ ਡਾਕਟਰ ਜਿਹਨੂੰ ਰੱਬ ਦਾ ਦਰਜਾ ਦਿੱਤਾ ਗਿਆ, ਜੇ ਬੰਦਾ ਕਿਸੇ ਭਰੋਸੇ ਨਾਲ ਉਹਦੇ ਕੋਲ ਗਿਆ ਵਾ ਤੇ ਉਹਦਾ ਇਲਾਜ ਤਾਂ ਘੱਟੋ ਘੱਟ ਸਹੀ ਤਰੀਕੇ ਨਾਲ ਹੋਣਾ ਚਾਹੀਦਾ। ਪਰ ਜੋ ਇਲਜ਼ਾਮ ਲਾ ਰਹੇ ਨੇ, ਜੇਕਰ ਇਹਨਾਂ ਇਲਜ਼ਾਮਾਂ 'ਚ ਵਾਕਈ ਸੱਚਾਈ ਹੈ ਤੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਕਿਤੇ ਨਾ ਕਿਤੇ ਤਾਂ ਬਹੁਤ ਵੱਡਾ ਮਾਮਲਾ ਹੈ ਕਿ ਮਰੀਜ਼ ਕੋ ਪੈਸੇ ਵੱਖਰੇ ਲੈ ਲੇ, ਆਯੁਸ਼ਮਾਨ ਕੋਲੋਂ ਪੈਸੇ ਵੱਖਰੇ ਲੈ ਲੇ। ਦੂਸਰੀ ਗੱਲ ਜਿਹੜੀ ਇੱਕ ਟੈਕਨੀਕਲ ਜਿਹੜੀ ਜਾਣਕਾਰੀ ਹੈ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਕੁਝ ਰਿਪੋਰਟਸ ਵੀ ਜਿਹੜੀਆਂ ਮੈਨੂਪਲੇਟ ਕੀਤੀਆਂ ਗਈਆਂ, ਜੋ ਇਹਨਾਂ ਵੱਲੋਂ ਇਲਜ਼ਾਮ ਲਾਇਆ ਗਿਆ, ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਉਸ ਰਿਪੋਰਟ ਦੇ ਵਿੱਚ ਇਹ ਕੀ ਕਹਿੰਦੇ ਨੇ। ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਆਯੁਸ਼ਮਾਨ ਸਕੀਮ ਦੇ ਵਿੱਚ ਮਰੀਜ਼ ਨੂੰ ਮੁਫਤ ਇਲਾਜ ਕਰਵਾਉਣ ਦਾ ਅਧਿਕਾਰ ਹੈ, ਪਰ ਉਸ ਅਧਿਕਾਰ ਦੇ ਬਾਵਜੂਦ ਦੂਸਰੇ ਹਸਪਤਾਲ 'ਚ ਜਾ ਕੇ ਇਹਨਾਂ ਨੂੰ 85,000 ਖਰਚਣਾ ਪਿਆ। ਉਹ ਕਿਉਂ ਹੋਇਆ ਜੀ? ਉੱਥੇ ਤੁਹਾਡਾ ਇਲਾਜ ਉੱਥੇ ਸਰ ਕਿ ਲੱਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ, ਆਪਰੇਟ ਮਤਲਬ ਗਲਤ ਹੋਇਆ ਹੈ। ਲੱਤ ਅੰਦਰੋਂ ਗਲ ਕੇ ਸਕਰੂ ਨਿਕਲ ਚੁੱਕੇ ਹੋਏ, ਪਲੇਟ ਐਨੀ ਹੱਥੀ ਪਈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੁਬਾਰਾ ਚੈੱਕਅਪ ਕੀਤਾ, ਮੈਨੂੰ ਤਕਰੀਬਨ ਜਲੰਧਰ ਦੇ ਸਾਰੇ ਹਸਪਤਾਲਾਂ ਨੇ ਮਨਾ ਕਰਤਾ। ਸਿਵਲ ਹਸਪੀਟਲ ਨੇ ਵੀ ਕਹਿ ਦਿੱਤਾ ਕਿ ਇਹ ਆਪਰੇਟ ਚੰਡੀਗੜ੍ਹ PGI ਹੀ ਹੋਣਾ ਹੈ, ਇੱਥੇ ਕੋਈ ਨਹੀਂ ਕਰ ਸਕਦਾ। ਫਿਰ ਵੀ ਡਾਕਟਰ ਸਾਹਿਬ ਨੇ ਮੇਰਾ ਆਪਣੇ ਰਿਸ਼ਤੇ ਉੱਤੇ ਆਪਰੇਟ ਕੀਤਾ ਤੇ ਮੈਨੂੰ ਥੋੜ੍ਹਾ ਬਹੁਤਾ ਖੜਾ ਕਰਨ ਜੋਗਾ ਕਰ। ਚਲੋ ਜੀ ਉਹ ਰਿਪੋਰਟਸ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਇਹਨਾਂ ਵੱਲੋਂ ਦਿੱਤੀਆਂ ਗਈਆਂ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਉਹ ਪੂਰੀ ਜਾਣਕਾਰੀ ਦੇਵਾਂਗੇ ਜੋ ਰਿਪੋਰਟਸ ਇਹਨਾਂ ਵੱਲੋਂ ਉਪਲਬਧ ਕਰਵਾਈਆਂ ਗਈਆਂ। ਸੋ ਇਸ ਮਾਮਲੇ ਦੇ ਵਿੱਚ ਡਾਕਟਰ ਪਿਊਸ਼ ਨਾਲ ਵੀ ਸੰਪਰਕ ਕੀਤਾ ਗਿਆ, ਪਰ ਉਹਨਾਂ ਨੇ ਫਿਲਹਾਲ ਕੋਈ ਵੀ ਤਰੀਕੇ ਦੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰ ਜੇਕਰ ਡਾਕਟਰ ਪਿਊਸ਼ ਦਾ ਪੱਖ ਸਾਹਮਣੇ ਆਏਗਾ, ਉਹਨੂੰ ਪ੍ਰਮੁਖਤਾ ਨਾਲ ਉਹਨੂੰ ਵੀ ਦਿਖਾਵਾਂਗੇ, ਕਿਉਂਕਿ ਸਾਡਾ ਕੰਮ ਹੈ ਇੱਕ ਪਾਸਾ ਨਹੀਂ ਦੋਨੋਂ ਪਾਸੇ ਦਿਖਾਣੇ। ਪਰ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤੇ ਆਪਾਂ ਜ਼ਰੂਰ ਉਹਨਾਂ ਦਾ ਪੱਖ ਸਾਹਮਣੇ ਰੱਖਾਂਗੇ। ਫਿਲਹਾਲ ਉਹਨਾਂ ਨੇ ਆਪਣਾ ਪੱਖ ਸਾਹਮਣੇ
ਰੱਖਣ ਵਾਸਤੇ ਆਪਣੀ ਜਿਹੜੀ ਹਾਮੀ ਨਹੀਂ ਭਰੀ ਹੈ। ਸੋ ਸਾਡੇ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਉਹ ਸਾਨੂੰ ਵੀ ਆਪਣਾ ਪੱਖ ਦੇ ਸਕਦੇ ਨੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਵਾਕਈ ਪੜਤਾਲ ਦਾ ਵਿਸ਼ੇ ਹੈ, ਕਿਉਂਕਿ ਇੱਕ ਬੰਦਾ ਜਿਸ ਹਾਲਤ ਦੇ ਵਿੱਚ ਇੱਥੇ ਪਿਆ ਕਰੀਬ 3 ਤੋਂ 4 ਘੰਟੇ ਹੋ ਚੁੱਕੇ ਨੇ, ਇੱਥੇ ਨਾ ਤਾਂ ਇਹਦੇ ਬਿਆਨ ਲਿੱਤੇ ਗਏ ਨੇ ਤੇ ਨਾ ਹੀ ਖੁਦ ACP ਸਾਹਿਬ ਆਇਆ। ਹੈਰਾਨੀ ਦੀ ਗੱਲ ਹੈ ਕਿ ਇੱਕ ਮਰੀਜ਼ ਦੀ ਇਹ ਹਾਲਤ ਹੈ, ਉਸ ਨੂੰ ਇੱਥੇ ਬੁਲਾ ਲਿਆ ਗਿਆ ਪੜਤਾਲ ਕਰਨ ਵਾਸਤੇ, ਪਰ ਪੜਤਾਲ ਕਰਨ ਵਾਸਤੇ ਕੋਈ ਵੀ ਅਫਸਰ ਇੱਥੇ ਮੌਜੂਦ ਨਹੀਂ ਹੈ। ਸੋ ਮੈਂ ਨਿਖਿਲ ਸ਼ਰਮਾ ਫਿਲਹਾਲ ਇਜਾਜ਼ਤ ਲੈਣਾ, ਇਸੇ ਮਸਲੇ ਦੇ ਵਿੱਚ ਹੋਰ ਵੀ ਅਪਡੇਟ ਤੁਹਾਨੂੰ ਦਵਾਂਗੇ, ਕਿਉਂਕਿ ਨਾ ਤਾਂ ਸਰਕਾਰ ਨੂੰ ਰਗੜਾ ਲਾਉਣ ਦਾ ਕਿਸੇ ਨੂੰ ਹੱਕ ਹੈ ਤੇ ਨਾ ਹੀ ਮਰੀਜ਼ ਦੀ ਇਹ ਹਾਲਤ ਕਰਨ ਦਾ। ਤੇ ਜੇਕਰ ਡਾਕਟਰ ਸਹੀ ਹੈ ਜਾਂ ਡਾਕਟਰ ਗਲਤ ਹੈ, ਇਸ ਦਾ ਫੈਸਲਾ ਨਾ ਅਸੀਂ ਕਰਨਾ ਨਾ ਤੁਸੀਂ ਕਰਨਾ, ਇਸ ਦਾ ਫੈਸਲਾ ਕਰੇਗਾ ਉਹ ਮਹਿਕਮਾ ਜਿਹਨੂੰ ਜਾਂਚ ਕਰਨ ਦਾ ਅਧਿਕਾਰ ਹੈ। ਪਰ ਜਿਹਨੂੰ ਜਾਂਚ ਕਰਨ ਦਾ ਅਧਿਕਾਰ ਹੈ ਉਹ ਇਸ ਮਰੀਜ਼ ਨਾਲ ਕੀ ਵਤੀਰਾ ਕਰ ਰਿਹਾ ਉਹ ਤੁਸੀਂ ਦੇਖ ਚੁੱਕੇ ਹੋ। ਜਿਸ ਦਫ਼ਤਰ 'ਚ ਆਪਾਂ ਮੌਜੂਦ ਹਾਂ, ACP ਵੈਸਟ ਦੇ ਦਫ਼ਤਰ 'ਚ ਮੌਜੂਦ ਹਾਂ। ਔਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਵੀ ਇੱਕ ਦਰਖਾਸਤ ਦਿੱਤੀ ਹੈ। ਤੁਸੀਂ ਵੀ ਕੋਈ ਦਰਖਾਸਤ ਦਿੱਤੀ ਹੈ? ਹਾਂਜੀ ਸਰ, ਅਸੀਂ ਦਿਖਾ ਦਿੱਤੀ। ਤੁਸੀਂ ਦਰਖਾਸਤ 'ਚ ਕੀ ਕਿਹਾ ਜੀ? ਜੋ ਮੇਰੇ ਨਾਲ ਭਾਣਾ ਵਾਪਰਿਆ, ਜੋ ਮੈਂ ਦੱਸਿਆ ਉਹ ਮੈਂ ਸਾਰਾ ਕੁਝ ਲਿਖ ਕੇ ਉੱਥੇ ਦੇਖ ਕੇ ਚਲੋ ਜੀ, ਇਸ ਮਾਮਲੇ 'ਚ ਇੱਕ ਚੰਗੀ ਗੱਲ ਇਹ ਹੋਈ ਹੈ ਕਿ ਕਿਤੇ ਨਾ ਕਿਤੇ ਇਹ ਮਾਮਲਾ ਹੁਣ ਪੁਲਿਸ ਦੇ ਪਾਲੇ ਦੇ ਵਿੱਚ ਵੀ ਆ ਗਿਆ, ਕਿਉਂਕਿ ਆਮ ਤੌਰ ਦੇ ਉੱਤੇ ਇਹੋ ਜਿਹੀ ਕੰਪਲੇਂਟਾਂ ਪੁਲਿਸ ਕੋਲ ਨਹੀਂ ਸੀ ਜਾਂਦੀਆਂ। ਪਰ ਇਹ ਪਹਿਲਾ ਮਾਮਲਾ ਜਿਸ 'ਚ ਆਯੁਸ਼ਮਾਨ ਘੁਟਾਲੇ ਦਾ ਮਾਮਲਾ ਸਬੂਤਾਂ ਸਮੇਤ ਜਿਹੜੇ ਦਾਅਵੇ ਇਹਨਾਂ ਨੇ ਕੀਤੇ ਹੈ ਸਬੂਤਾਂ ਸਮੇਤ ਪਹੁੰਚ ਚੁੱਕਿਆ ਪੁਲਿਸ ਕੋਲ। 2 ACP, ਇੱਕ ACP ਸੈਂਟਰਲ ਇਹਨਾਂ ਦੀ ਦਰਖਾਸਤ ਦੇ ਉੱਤੇ ਜਾਂਚ ਕਰ ਰਹੇ ਨੇ, ACP ਵੈਸਟ ਡਾਕਟਰ ਸਾਹਿਬ ਦੀ ਦਰਖਾਸਤ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੇ ਨੇ। ਸੋ ਜਿਹੜੇ ਵੀ ਤੱਥ ਸਾਹਮਣੇ ਆਣਗੇ, ਇੱਕ ਗੱਲ ਤਾਂ ਕਲੀਅਰ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਤੈਅ ਹੈ। ਜੇਕਰ ਪ੍ਰਸ਼ਾਸਨ ਨਹੀਂ ਕਰੇਗਾ ਤੇ ਅਸੀਂ ਇਹਨਾਂ ਦੀ ਆਵਾਜ਼ ਚੱਕਦੇ ਰਵਾਂਗੇ ਜਦੋਂ ਤੱਕ ਸੱਚ ਸਾਹਮਣੇ ਨਹੀਂ ਆਉਂਦਾ। ਅਸੀਂ ਨਹੀਂ ਕਹਿੰਦੇ ਡਾਕਟਰ ਗਲਤ ਹੈ ਜਾਂ ਇਹ ਸਹੀ ਹੈ, ਜੋ ਵੀ ਹੋਏਗਾ ਤੱਥਾਂ ਨੂੰ ਪ੍ਰਮੁੱਖਤਾ ਦੇ ਨਾਲ ਲਿਆਂਦੇ ਹੋਏ ਤੁਹਾਡੇ ਸਾਹਮਣੇ ਰੱਖਾਂਗੇ। ਫਿਲਹਾਲ ਮੈਨੂੰ ਨਿਖਿਲ ਸ਼ਰਮਾ ਨੂੰ ਇਜਾਜ਼ਤ ਦਿਓ।